अल्लाह पाकम पाक है अल्लाह। जे वस्त मंगीए साई पाईए, जे नाम चित लाइए। संगत जी, वाਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਸੀਂ ਗੱਲ ਕਰ ਰਹੇ ਹਾਂ ਗੁਰਬਾਣੀ ਕੌਤਕ ਦੀ, ਉਸ ਪਿਤਾ ਦੀ ਜੋ ਸਮਰੱਥ ਹੈ ਕਰਨ ਕਰਾਵਨ ਹਾਰੇ, ਸਰਬ ਕਲਾ ਸਮਰੱਥ ਹੈ ਦੀਨ ਦੁਨੀਆ ਦੇ ਮਾਲਿਕ ਦੀ, ਜਿਸ ਨੇ ਇਹ ਸ੍ਰਿਸ਼ਟੀ ਰਚੀ, ਉਹਨਾਂ 10 ਗੁਰੂ ਸਾਹਿਬਾਨਾਂ ਦੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ। ਤਾਂ ਸੰਗਤ ਜੀ, ਮੈਂ ਬੱਚੇ ਨੂੰ ਲੈ ਕੇ ਗੱਲ ਕਰ ਰਹੀ ਹਾਂ। ਆਪਣੇ ਪਿਛਲੀ ਆਡੀਓ ਸਰਵਣ ਕੀਤੀਆਂ ਹੋਣਗੀਆਂ। ਤਾਂ ਉੱਥੇ ਫਿਰ ਅਸੀਂ 3 ਮਹੀਨੇ ਰਹਿਣ ਲੱਗੇ। ਤਾਂ ਉੱਥੇ ਫਿਰ ਮੈਂ ਰੂਮ ਦੇ ਵਿੱਚ ਹੀ ਸਹਿਜ ਪਾਠ ਰੱਖੇ। ਸਹਿਜ ਪਾਠ ਉੱਥੇ ਬੱਚੇ ਨੂੰ ਹੌਸਪੀਟਲ ਲੈ ਕੇ ਜਾਣਾ ਅਤੇ ਸਹਿਜ ਪਾਠ ਕਰਨਾ, ਅਤੇ ਬੱਚਾ ਠੀਕ ਹੁੰਦਾ ਚਲਾ ਗਿਆ। ਉਹਦੀਆਂ ਰਿਪੋਰਟਾਂ ਬਹੁਤ ਹੀ ਵਧੀਆ ਆਉਣ ਲੱਗੀਆਂ। ਡਾਕਟਰ ਵੀ ਇੱਕ ਹਿਸਾਬ ਦਾ ਹੈਰਾਨ ਸੀ ਕਿ ਜਿਸ ਦੀ ਹਾਰਟ 'ਚ ਵੀ ਖਰਾਬੀ ਆ ਗਈ ਹੋਵੇ ਤਾਂ ਉਹ ਬੱਚਾ ਇੱਕਦਮ ਨੋਰਮਲ ਰਿਪੋਰਟਾਂ ਨੇ। ਤਾਂ ਇੱਧਰ ਡਾਕਟਰ ਹੈਰਾਨ, ਇੱਧਰ ਫਿਰ ਮੈਂ ਵੀ ਅੰਦਰ ਪ੍ਰਭੂ ਦੇ ਗੁਣ ਗਾਣਾ ਸ਼ੁਰੂ ਕਰਤੇ। ਤਾਂ ਫਿਰ ਅਸੀਂ ਉੱਥੋਂ 3 ਮਹੀਨੇ ਰਹਿ ਕੇ ਅਸੀਂ ਘਰ ਆਏ। ਘਰ ਆ ਕੇ ਫਿਰ ਅਸੀਂ ਗਏ ਪੰਜਾਂ ਪਿਆਰਿਆਂ ਕੋਲ। ਅੰਮ੍ਰਿਤ ਪਹਿਲਾਂ ਛਕਿਆ ਸੀ, ਅੰਮ੍ਰਿਤ ਤੇ ਇੱਕੋ ਹੀ ਹੈ, ਲੇਕਿਨ ਭੁੱਲ ਬਖਸ਼ਾਣੇ ਗਏ। ਫਿਰ ਦਸਤਾਰ ਸਜਾਈ ਉੱਥੇ ਮੈਂ। ਤਾਂ ਅੰਮ੍ਰਿਤ ਉਹਨਾਂ ਨੇ ਛਕਾਇਆ। ਭੁੱਲ ਬਖਸ਼ਾ ਉਹਨਾਂ ਕੋਲ ਜੋ ਵੀ ਉਹਨਾਂ ਨੇ ਆਖਿਆ ਕਿ ਜੋ ਕਰਨਾ ਹੈ, ਉਹਨਾਂ ਦੀ ਰਮਜ਼ਾਂ ਨੇ ਉਹ ਜੋ ਵੀ ਸੇਵਾ ਬਖਸ਼ਦੇ ਨੇ ਪੰਜ ਪਿਆਰੇ, ਉਹ ਬਸ ਗੁਰੂ ਸਾਹਿਬਾਂ ਅੱਗੇ ਅਰਦਾਸ ਕਰਕੇ ਕਹਿਣੀ ਸੱਚੇ ਪਾਤਸ਼ਾਹ ਕਰਵਾ ਲੈਣਾ। ਉਹਨਾਂ ਨੇ ਜੋ ਸੇਵਾ ਲਗਾਈ ਉਹ ਕੀਤੀ, ਜੋ ਡੇਰਿਆਂ 'ਤੇ ਗਈ ਉਹਦੀ ਭੁੱਲ ਬਖਸ਼ਾਈ। ਭੁੱਲ ਬਖਸ਼ਾਉਣਾ ਸੰਗਤ ਜੀ ਬਹੁਤ ਜ਼ਰੂਰੀ ਹੈ। ਇਹ ਵੀ ਸ਼ੁਕਰ ਹੈ ਉਸ ਦਾਤੇ ਦਾ ਕਿ ਸਾਡੇ ਕੋਲ ਅਗਰ ਕੋਈ ਭੁੱਲ ਹੋ ਜਾਂਦੀ ਹੈ ਤਾਂ ਸਾਡੇ ਵਾਸਤੇ ਉਹਨਾਂ ਨੇ 5 ਪਿਆਰੇ ਸਾਹਿਬਾਨ ਮੌਜੂਦ ਕੀਤੇ ਨੇ, ਜਿਨ੍ਹਾਂ ਕੋਲ ਅਸੀਂ ਭੁੱਲ ਬਖਸ਼ਾ ਲਈਏ। ਸਾਡੇ ਬਹੁਤ ਵੱਡੇ ਭਾਗ ਨੇ, ਨਹੀਂ ਤਾਂ ਜਿੰਦਾਂ ਜਾਨਾਂ ਭਟਕਦੀਆਂ ਹੀ ਰਹਿ ਜਾਂਦੀਆਂ ਨੇ। ਤਾਂ ਉੱਥੇ ਭੁੱਲ ਬਖਸ਼ਾਈ, ਦਸਤਾਰ ਸਜਾਈ। ਤਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਣ ਲੱਗੀ ਹਾਂ। ਮੈਂ ਜਦੋਂ ਘਰ ਆਈ, ਦਸਤਾਰ ਸਜਾਉਣ ਤੋਂ ਪਹਿਲਾਂ ਜਦੋਂ ਮੈਂ ਦਸਤਾਰ ਦੀ ਗੱਲ ਕਰ ਰਹੀ ਸੀ ਘਰ, ਤਾਂ ਮੇਰੀ ਬੇਟੀ ਕਹਿਣ ਲੱਗੀ ਕਿ ਮੰਮਾ ਤੁਸੀਂ ਦਸਤਾਰ ਸਜਾ ਕੇ ਕਿਸ ਤਰ੍ਹਾਂ ਦੇ ਲੱਗੋਗੇ। ਮੇਰੇ ਫਰੈਂਡ ਸਰਕਲ 'ਚ ਵੀ ਹੈ ਕਿ ਮੰਮੀ ਸਾਡੀ ਬਹੁਤ ਵੀ ਸੋਹਣੀ ਹੈ, ਤਾਂ ਕਿਸ ਤਰ੍ਹਾਂ ਦੇ ਲੱਗੋਗੇ ਤੁਸੀਂ ਦਸਤਾਰ ਬਣ ਕੇ, ਤੁਸੀਂ ਇਤਨੇ ਮਤਲਬ ਫੈਸ਼ਨ ਕਰਦੇ ਹੋ। ਤਾਂ ਫਿਰ ਉਹਨਾਂ ਮਹਾਂਪੁਰਸ਼ ਨੇ ਆਖਿਆ ਕਿ ਤੂੰ ਦਸਤਾਰ ਸਜਾ, ਤੂੰ ਹੋਰ ਸੋਹਣੀ ਲੱਗੇਗੀ। ਐਸਾ ਕੁਛ ਨਹੀਂ ਹੈ ਸੋਹਣੇ ਦਾ ਨਹੀਂ ਸੋਹਣੇ ਦਾ, ਉੱਤੇ ਰੱਬ ਦੀਆਂ ਰਮਜ਼ਾਂ ਨੇ, ਉਹਨੇ ਬਣਾਏ ਨੇ ਸਾਰੇ ਪੁਤਲੇ, ਮਿੱਟੀ 'ਚ ਹੀ ਮਿਲ ਜਾਣੇ ਨੇ। ਲੇਕਿਨ ਮੈਂ ਤੁਹਾਨੂੰ ਇੱਕ ਭਰੋਸੇ ਵਾਲੀ ਗੱਲ ਦੱਸ ਰਹੀ ਹਾਂ ਕਿ ਉਹ ਨਿਰੰਕਾਰ ਕਿਸ ਰੂਪ 'ਚ, ਜੋ ਉਹਨੂੰ ਰੂਪ ਅੱਛਾ ਲੱਗਦਾ ਹੈ ਨਾ, ਉਹ ਦੁਨੀਆ ਨੂੰ ਉਹ ਸੋਹਣਾ ਲਗਵਾ ਦਿੰਦਾ ਹੈ। ਤਾਂ ਉਹਨਾਂ ਨੇ ਜਦੋਂ ਮੈਂ ਅੰਮ੍ਰਿਤ ਛਕ ਕੇ ਦਸਤਾਰ ਸਜਾ ਕੇ ਬਾਹਰ ਆਈ ਤਾਂ ਮੇਰੀ ਬੇਟੀ ਹੈਰਾਨ ਹੋ ਗਈ ਕਿ ਮੰਮੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਪਰਸਨੈਲਿਟੀ ਹੀ ਤੁਹਾਡੀ ਵੱਖਰੀ ਹੋ ਗਈ ਹੈ। ਅਤੇ ਇੱਥੇ ਹੁਣ ਕੇਸਗੀ ਦੀ ਗੱਲ ਕਰੀਏ, ਦਸਤਾਰ ਦੀ ਗੱਲ ਕਰੀਏ, ਤਾਂ ਮਹਾਂਪੁਰਸ਼ਾਂ ਕੋਲ ਮੈਨੂੰ ਸਮੱਤ ਮਿਲੀ ਕਿ ਜਿਸ ਤਰ੍ਹਾਂ ਅਸੀਂ 5 ਕਕਾਰ ਲੈਣੇ ਨੇ ਪੰਜਾਂ ਪਿਆਰਿਆਂ ਕੋਲੋਂ, ਅਸੀਂ 4 ਲੈ ਲੈਂਦੇ ਹਾਂ। ਕੰਘਾ, ਕਿਰਪਾਨ, ਕੜਾ ਅਤੇ ਕਛਹਿਰਾ। 4 ਕਕਾਰ ਲੈ ਲਏ, ਉਹਨਾਂ ਨੇ ਦੱਸੇ 5 ਕਕਾਰ। ਹੁਣ ਮਹਾਂਪੁਰਸ਼ ਸਮੱਤ ਦਿੰਦੇ ਸੀ ਕਿ ਕੇਸਕੀ ਵੀ ਲੈਣੀ ਹੈ। ਕਿਉਂਕਿ ਕੇਸ ਕਹਿੰਦੇ ਨੇ ਕੇਸ ਨਾਲ ਹੈ ਨੇ, ਕੇਸ ਤਾਂ ਸਾਡੇ ਆਪਣੇ ਨੇ, ਉਹ ਤਾਂ ਸਾਡੇ ਆਪਣੇ ਹਨ ਕੇਸ। ਅਸੀਂ ਜੋ 5 ਚੀਜ਼ਾਂ ਉਹਨਾਂ ਕੋਲ ਲੈਣੀਆਂ ਨੇ, ਮੰਗਣੀਆਂ ਨੇ, ਉਹ ਉਹਨਾਂ ਵਿੱਚ ਕੇਸਕੀ ਹੈ। ਇਹ 5 ਸਾਡੇ ਕਕਾਰ ਪੂਰੇ ਹੋ ਗਏ। ਤਾਂ ਕਿਉਂਕਿ ਕੇਸਕੀ ਨਾਲ ਇੱਕ ਤਾਂ ਅਸੀਂ ਜਦੋਂ ਕੇਸਕੀ ਨਹੀਂ ਸਜਾਉਂਦੇ ਹਾਂ ਤਾਂ ਸਾਡੇ ਬਾਰ ਚੁੰਨੀ ਲੈਂਦੇ ਹਾਂ ਤਾਂ ਸਿਰ ਨੰਗਾ ਹੁੰਦਾ ਹੈ, ਕੇਸ ਨੰਗੇ ਹੁੰਦੇ ਨੇ। ਅਤੇ ਜਿਨ੍ਹਾਂ ਨੇ ਨਹੀਂ ਸਜਾਈ ਉਹ ਵੀ ਮੁਬਾਰਕ। ਕਈ ਵਾਰ ਐਸਾ ਹੁੰਦਾ ਹੈ ਕਿ ਕੇਸਕੀ ਦੇ ਪਿੱਛੇ ਕੋਈ ਨਿਤਨੇਮ ਨਾ ਕਰੇ ਜਾਂ ਭਰੋਸਾ ਨਾ ਹੋਵੇ, ਝੂਠ ਬੋਲੇ
ਜਾਂ ਕੋਈ ਵੀ ਮਤਲਬ ਰਹਿਤ ਮਰਿਆਦਾ 'ਚੋਂ ਨਾ ਰਵੇ ਤੇ ਉਹ ਦਿਖਾਏ ਵਾਲੀ ਕੇਸ ਵੀ ਪ੍ਰਵਾਨ नहीं है। केस की ज़रूरी है, लेकिन जो बगैर केस की तो भी अगर कोई रैणी बैणी 'ਚ ਰਹਿੰਦਾ ਹੈ ਤੇ ਉਹ ਵੀ ਮੁਬਾਰਕ ਹੈ। ਤੇ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਮੈਨੂੰ ਮਹਾਂਪੁਰਸ਼ਾਂ ਨੇ ਆਖਿਆ ਮੈਂ ਉਸ ਤਰ੍ਹਾਂ ਕੀਤਾ। ਔਰ ਫਿਰ ਉਹਨਾਂ ਦੀ ਗੱਲ ਵੀ ਜੋ ਮੰਨਣਾ ਹੀ ਸੀ, ਲੇਕਿਨ ਉਸ ਤੋਂ ਪਹਿਲਾਂ ਮੈਂ ਅਚਨਚੇਤ ਹੀ ਕਹਿ ਚੁੱਕੀ ਸੀ ਕਿ ਗੁਰੂ ਸਾਹਿਬ ਮੇਰੇ ਬੱਚੇ ਨੂੰ ਬਚਾ ਲਓ, ਮੈਂ ਕੇਸ ਕੀ ਸਜਾਵਾਂਗੀ। ਮੈਂ ਕਹਿ ਚੁੱਕੀ ਸੀ, ਮੇਰੇ ਮੂੰਹ 'ਚੋਂ ਨਿਕਲ ਚੁੱਕਿਆ ਸੀ। ਤੇ ਹੁਣ ਜ਼ਰੂਰੀ ਗੁਰੂ ਸਾਹਿਬਾਂ ਨੇ ਇਤਨੀ ਗੱਲ ਕਹਿਤੀ ਹੈ ਤੇ ਫਿਰ ਉਹ ਗੱਲ ਤਾਂ ਕਰਨੀ ਹੈ। ਪਰ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਸਜਾਇਆ ਮੈਂ ਸੱਜ ਗਈ। ਜਦੋਂ ਮੈਂ ਸੱਜ ਕੇ ਘਰ ਆਈ ਹਾਂ ਤਾਂ ਮੇਰਾ ਰੂਪ ਚੜ੍ਹਦੀ ਕਲਾ ਵਾਹਿਗੁਰੂ ਦਿੱਤੀ, ਤਾਂ ਉਸ ਤੋਂ ਵੀ ਜ਼ਿਆਦਾ ਕੇਸ ਕੀ ਤੋਂ ਪਹਿਲੇ ਜੋ ਸੀ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ। ਹੁਣ ਫਿਰ ਮੈਂ ਆਪ ਜੀ ਨੂੰ ਫਿਰ ਅੱਗੋਂ ਗੱਲ ਸ਼ੇਅਰ ਕਰਾਂਗੀ ਕਿ 1-2 ਵਾਰ ਪਰਚੇ ਪਏ, ਕਿਸ ਤਰ੍ਹਾਂ ਪਏ। ਲੇਕਿਨ ਕੇਸਗੀ ਦੀ ਗੱਲ ਕੀਤੀ ਹੈ ਤੇ ਮੈਂ ਇਸੇ ਆਡੀਓ 'ਚ ਆਪ ਜੀ ਨੂੰ ਕੇਸਗੀ ਦੀ ਗੱਲ ਵੀ ਕਰਨੀ ਹੈ। ਇੱਥੇ ਵੀ ਗੁਰੂ ਸਾਹਿਬ ਵਰਤੇ ਤਾਂ ਮੈਨੂੰ ਇਹ ਗੱਲਾਂ ਦੱਸ ਕੇ ਬੜਾ ਆਨੰਦ ਆ ਰਿਹਾ ਹੈ ਤੇ ਮੈਨੂੰ ਆਪਣੇ ਆਪ ਨੂੰ ਵੀ ਬੜਾ ਅੱਛਾ ਲੱਗ ਰਿਹਾ ਹੈ ਨਾ, ਤਾਂ ਆਪ ਜੀ ਨੂੰ ਵੀ ਆਏਗਾ। ਸੱਚੀਆਂ ਗੱਲਾਂ ਨੇ। ਤਾਂ ਜਦੋਂ ਮੈਂ ਕੇਸਗੀ ਸਜਾਈ ਤਾਂ ਮੈਨੂੰ ਬਣਨੀ ਨਹੀਂ ਆਉਂਦੀ ਸੀ ਕੇਸਗੀ। ਮੈਂ ਐਵੇਂ ਹੀ ਨਾ ਗੋਲ ਗੋਲ ਘੁਮਾ ਲੈਣੀ। ਤਾਂ ਮੇਰੀ ਬੇਟੀ ਨੇ ਪਰੇਸ਼ਾਨ ਹੋਣਾ ਕਿ ਮੰਮੀ ਜਾਂ ਤਾਂ ਉਹਨੂੰ ਸਿੱਖ ਲਓ ਜਾਂ ਫਿਰ ਹਟਾ ਦਿਓ, ਵੀ ਤੁਸੀਂ ਟੇਢੀ ਮੇਢੀ ਐਵੇਂ ਕੁਛ ਵੀ ਬਣ ਕੇ ਚਲੇ ਜਾਂਦੇ ਹੋ। ਤਾਂ ਮੈਂ ਬਸ ਛੋਟੀ ਜਿਹੀ ਦਸਤਾਰ ਬਣ ਕੇ ਐਵੇਂ ਹੀ ਚਲੀ ਜਾਂਦੀ ਸੀ। ਜੂੜਾ ਉੱਤੇ ਨੂੰ ਮੇਰਾ ਦਿਖਦਾ ਸੀ, ਉੱਤੇ ਨੂੰ ਮਤਲਬ ਅਜੀਬ ਜਿਹਾ ਲੱਗਦਾ ਸੀ, ਨਹੀਂ ਬੰਨੀ ਜਾਂਦੀ ਸੀ ਮੇਰੇ ਕੋਲੋਂ। ਤਾਂ ਬੱਚਿਆਂ ਨੂੰ ਥੋੜ੍ਹਾ ਪਰੇਸ਼ਾਨ ਹੋਣਾ। ਫਿਰ ਮੈਂ ਗੁਰਦੁਆਰਾ ਸਾਹਿਬ ਚਲੇ ਜਾਣਾ। ਉੱਥੇ ਫਿਰ ਹੁਣ ਉਸ ਟਾਈਮ ਇੱਥੇ ਸਾਡੇ ਪਿੰਡ ਵਿੱਚ ਕਿਸੇ ਨੇ ਕੇਸਗੀ ਨਹੀਂ ਸਜਾਈ ਸੀ ਤੇ ਕੋਈ ਨਾ ਕੋਈ ਗੱਲ ਕਰਦਾ ਸੀ। ਮਤਲਬ ਲੋਕ ਨੇ ਤਾਨੇਬਾਜ਼ੀ, ਤੁਹਾਨੂੰ ਪਤਾ ਹੀ ਹੈ। ਕੋਈ ਕਹਿੰਦਾ ਸੀ ਕਿ ਇਹਦਾ ਗਹਿਣਾ ਵਿਕ ਗਿਆ ਹੈ ਤਾਂ ਇਹਨੇ ਬਾਬਾ ਬਣ ਗਈ ਹੈ, ਕੋਈ ਬਾਬਾ ਬਣ ਗਈ ਤਾਂ ਕਹਿੰਦਾ ਸੀ, ਕੋਈ ਕਹਿੰਦਾ ਸੀ ਦਿਖਾਵਾ ਕਰਦੀ ਹੈ। ਹੁਣ ਜਿੰਨੇ ਮੂੰਹ ਦੀਆਂ ਗੱਲਾਂ, ਆਪਾਂ ਗੁਰੂ ਸਾਹਿਬ ਵੱਲ ਧਿਆਨ ਦੇਣਾ ਹੈ ਨਾ। ਮੇਰਾ ਦੁੱਖ ਉਹਨਾਂ ਨੂੰ ਨਹੀਂ ਪਤਾ ਨਾ ਕਿੰਨਾ ਵੱਡਾ ਸੀ। ਤਾਂ ਫਿਰ ਕੇਸਗੀ ਬਣਨੀ ਜਿਸ ਤਰ੍ਹਾਂ ਵੀ। ਅਤੇ ਇੱਕ ਦਿਨ ਐਤਵਾਰ ਦਾ ਦਿਨ ਸੀ ਅਤੇ ਮੈਂ ਗੁਰਦੁਆਰੇ ਸਾਹਿਬ ਜਾਣਾ ਸੀ। ਤਾਂ ਮੈਂ ਕੇਸਗੀ ਸਿੱਖਣ ਦੀ 1-2 ਵਾਰ ਕੋਸ਼ਿਸ਼ ਕੀਤੀ ਅਤੇ ਮੈਨੂੰ ਸਰਵਾਈਕਲ ਸੀ। ਤਾਂ ਸਰਵਾਈਕਲ ਚੱਕਰ 'ਚ ਮੇਰਾ ਪੂਰਾ ਹੱਥ ਘੁੰਮਦਾ ਨਹੀਂ ਸੀ ਪਿੱਛੇ ਨੂੰ। ਅਤੇ ਮੈਂ ਐਵੇਂ ਬਣ ਕੇ ਚਲੇ ਜਾਣਾ ਪੁੱਠਾ ਸਿੱਧਾ, ਜੂੜਾ ਆਪਣਾ ਉੱਤੇ ਰੱਖ ਕੇ ਚਲੇ ਜਾਣਾ, ਕੇਸ ਸਾਰੇ ਉੱਤੇ ਰੱਖ ਕੇ। ਤਾਂ ਇੱਕ ਦਿਨ ਫਿਰ ਮੈਂ ਅੰਮ੍ਰਿਤ ਵੇਲਾ ਕੀਤਾ, ਵੀ ਜੋ ਵੀ ਬਾਬਾ ਜੀ ਨੇ ਉਠਾਇਆ 12-1 ਵਜੇ ਤੋਂ ਸ਼ੁਰੂ ਕੀਤਾ। 4 ਵਜੇ ਤੱਕ ਮੈਂ ਆਪਣੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਭੋਗ ਪਾਇਆ, ਬਾਬੇ ਦਾ ਪ੍ਰਕਾਸ਼ ਕੀਤਾ। ਤਾਂ ਫਿਰ ਮੈਂ ਇੱਕਦਮ ਹੀ ਮਤਲਬ ਰੋਣਾ ਆ ਗਿਆ ਮੈਨੂੰ ਕਿ ਦਸਤਾਰ ਬੰਨ੍ਹਣੀ ਸੀ ਅਤੇ ਗੁਰਦੁਆਰੇ ਸਾਹਿਬ ਜਾਂਦੀ ਸੀ, ਕੋਈ ਨਾ ਕੋਈ ਗੱਲ ਕਰ ਦਿੰਦਾ ਸੀ। ਤਾਂ ਕੀ ਸੀ ਅਤੇ ਕੀ ਬਣ ਗਈ, ਕੀ ਸੀ ਅਤੇ ਕੀ ਬਣ ਗਈ, ਕੋਈ ਮਤਲਬ ਦੁਖਾਉਂਦਾ ਸੀ ਮੇਰਾ ਦਿਲ। ਤਾਂ ਉਸ ਦਿਨ ਮਹਾਂਪੁਰਸ਼ ਇਹ ਕਹਿੰਦੇ ਸੀ ਕਿ ਰੋ ਨਾ, ਇੱਕ ਦਿਨ ਆਏਗਾ ਨਾ ਤੇਰੇ ਪਿੰਡ 'ਚ ਤੈਨੂੰ ਦੇਖ ਕੇ ਕੇਸਗੀਆਂ ਬਹੁਤ ਸਜਾਣਗੀਆਂ। ਅਤੇ ਅੱਜ ਉਹ ਦਿਨ ਹੈ ਕਿ ਮੇਰੇ ਪਿੰਡ ਵਿੱਚ ਬਹੁਤ ਲੋਕਾਂ ਨੇ ਮੈਨੂੰ ਦੇਖ ਕੇ ਕੇਸਗੀ ਸਜਾਈ ਹੈ। ਅਤੇ ਮਾਂ ਨੇ ਮੈਨੂੰ ਆਪਣੇ ਮਾਤਾ ਸਾਹਿਬ ਕੌਰ 'ਤੇ। ਤਾਂ ਮੈਂ ਉਸ ਦਿਨ ਦੀ ਗੱਲ ਕਰ ਰਹੀ, ਐਤਵਾਰ ਦਾ ਦਿਨ ਸੀ। ਤਾਂ ਮੈਂ ਕੇਸਗੀ ਬਣ ਰਹੀ ਸੀ। ਤਾਂ 4 ਮੀਟਰ ਦੀ ਉਸ ਟਾਈਮ ਸ਼ੁਰੂ ਕੀਤੀ ਸੀ, 2-2.5 ਦੀ ਵੀ ਸ਼ੁਰੂ ਕੀਤੀ ਲੇਕਿਨ ਨਹੀਂ ਆਈ, 4 ਦੀ ਕੀਤੀ ਨਹੀਂ ਆਈ। ਤਾਂ ਮੈਂ ਬਣ ਰਹੀ ਸੀ ਕੇਸਗੀ ਅਤੇ ਜਦੋਂ ਸ਼ੀਸ਼ੇ ਅੱਗੇ ਬੈਠ ਕੇ ਕੇਸਗੀ ਬੰਨ੍ਹਣ ਲੱਗੀ ਅਤੇ ਮੈਂ ਕੇਸਗੀ ਪਕੜ ਕੇ ਰੋਣ ਲੱਗੀ, ਕਿਉਂਕਿ ਮੇਰਾ ਹੱਥ ਘੁੰਮਦਾ ਨਹੀਂ ਸੀ। ਮੈਂ ਹੁਣ ਕੇਸਗੀ ਕਹਿ ਬੈਠੀ ਸੀ, ਮੈਂ ਕਿਸ ਤਰ੍ਹਾਂ ਬੰਨ੍ਹਣਾ, ਹੁਣ ਮੈਨੂੰ ਸਮਝ ਨਹੀਂ ਆ ਰਹੀ। ਮੈਂ ਰੋਣ ਲੱਗੀ। ਰੋਂਦੇ ਰੋਂਦੇ ਮੈਨੂੰ ਇੱਕਦਮ ਹੀ ਮੇਰੇ ਮੂੰਹ 'ਚੋਂ ਨਿਕਲਿਆ, ਹੇ ਮਾਤਾ ਸਾਹਿਬ ਕੌਰ, ਤੁਸੀਂ ਆਪ ਹੀ ਸਜਾ ਦਿਓ ਨਾ ਆਪਣੀ ਧੀ ਨੂੰ, ਤੁਸੀਂ ਕਿਉਂ ਨਹੀਂ ਸਜਾਉਂਦੇ ਹੋ। ਸੰਗਤ ਜੀ, ਇਹ ਦੱਸਣ ਵਾਲੀਆਂ ਗੱਲਾਂ ਨਹੀਂ ਨੇ, ਲੇਕਿਨ ਦੱਸਾਂਗੀ ਨਹੀਂ ਅਤੇ ਕਈ ਰੂਹਾਂ ਭਟਕਦੀਆਂ, ਉਹਨਾਂ ਨੂੰ ਭਰੋਸਾ ਕਿਸ ਤਰ੍ਹਾਂ ਆਏਗਾ। ਕਿਉਂਕਿ ਮੈਂ ਵੀ ਜਦ ਬੱਚਾ ਬਿਮਾਰ ਸੀ ਅਤੇ ਕੁਛ ਲੱਭਦੀ ਸੀ ਕਿ ਮੈਨੂੰ ਕੁਛ ਫੋਨ ਦੇ ਜ਼ਰੀਏ, ਕਿਸੇ ਜ਼ਰੀਏ ਜਾਂ ਕੁਝ ਬੁੱਕ ਦੇ ਜ਼ਰੀਏ ਭਰੋਸੇ ਵਾਲੀ ਗੱਲਾਂ ਮਿਲ ਜਾਣ, ਤਾਂ ਕਿ ਮੇਰਾ ਮਨ ਥੋੜ੍ਹਾ ਜਿਹਾ ਥੰਮ ਜਾਵੇ, ਜੋ ਮੈਂ ਬਹੁਤ ਭਟਕ ਰਹੀ ਸੀ। ਤਾਂ ਉਸ ਟਾਈਮ ਮੈਂ ਵੀ, ਅਤੇ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਕਿ ਕੋਈ ਸੁਣੇਗਾ ਅਤੇ ਉਹਨਾਂ ਨੂੰ ਵੀ ਮਤਲਬ ਤਸੱਲੀ ਮਿਲੇਗੀ ਅਤੇ ਭਰੋਸਾ ਗੁਰੂ ਸਾਹਿਬ 'ਤੇ ਹੋਏਗਾ। ਤਾਂ ਫਿਰ ਉਹ ਮੈਂ ਰੋਂਦੀ ਰੋਂਦੀ ਮੈंने ਕੇਸਗੀ ਹਾਂਚ ਪਕੜੀ ਅਤੇ ਇੱਕਦਮ ਹੀ ਸੰਗਤ ਜੀ ਪਤਾ ਨਹੀਂ ਲੱਗਾ ਮੈਨੂੰ, ਵਾਹਿਗੁਰੂ ਮੈਨੂੰ ਬਖਸ਼ ਲਵੇ ਕਿ ਮੈਂ ਦੱਸ ਰਹੀ ਹਾਂ, ਗੁੱਝੀਆਂ ਗੱਲਾਂ ਨੇ।
ਤਾਂ ਉਹ ਘੁੰਮਦਾ, ਮੇਰਾ ਹੱਥ ਘੁੰਮਦਾ ਚਲਾ ਗਿਆ ਅਤੇ ਉਹ ਕੇਸਕੀ ਬਹੁਤ ਸੋਹਣੀ ਸੱਜ ਗਈ ਮੇਰੇ ਸੀਸ 'ਤੇ। ਪਰ ਮੈਨੂੰ ਪਤਾ, ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਜਦੋਂ ਕੇਸਕੀ ਦੇਖਣੀ ਪਈ, ਮੈਂ ਆਪ ਬੰਨ੍ਹਣੀ ਸੀ, ਲੇਕਿਨ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਬੰਨ੍ਹੀ ਜਾ ਰਹੀ ਸੀ। ਉਹ ਮੇਰਾ ਹੱਥ ਮੇਰਾ ਚੱਲ ਰਿਹਾ ਸੀ, ਲੇਕਿਨ ਹਾਂ ਸੋਝੀ ਪੈ ਗਈ ਅਤੇ ਸਮਝ ਆ ਗਈ ਕਿ ਐਵੇਂ ਕਰਕੇ ਆਪਣਾ ਲੜ ਘੁਮਾਉਣਾ ਵੇ। ਕੇਸਕੀ ਬਹੁਤ ਸੋਹਣੀ ਬੰਨੇਗੀ। ਅਤੇ ਮੈਂ ਜਦੋਂ ਸਵੇਰੇ 4 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਗਈ, ਉੱਥੇ ਮੈਂ ਝਾੜੂ ਦੀ ਸੇਵਾ ਕਰ ਰਹੀ ਸੀ ਤਾਂ ਮੈਨੂੰ ਗੱਲਾਂ ਕਰਦੇ ਸੀ ਕਿ ਬਾਬਾ ਬਣ ਗਈ ਫਲਾਣਾ, ਤਾਂ ਉਹਨਾਂ ਨੇ ਆ ਕੇ ਮੈਨੂੰ ਖੁਦ ਆਖਿਆ ਕਿ ਅੱਜ ਤੇ ਤੂੰ ਬਹੁਤ ਜੱਚ ਰਹੀ ਹੈ, ਬਹੁਤ ਸੋਹਣੀ ਲੱਗ ਰਹੀ ਹੈ, ਕੇਸਕੀ ਬਹੁਤ ਸੋਹਣੀ ਬੰਨੀ ਗਈ ਹੈ, ਬਹੁਤ ਸੋਹਣੇ ਪੇਚ ਆਏ ਨੇ। ਤਾਂ ਸ਼ੁਕਰ ਕਰਕੇ ਮੈਂ ਘਰ ਆਈ ਅਤੇ ਉਸ ਤੋਂ ਬਾਅਦ ਲੱਗਾ ਕਿ ਹਾਂ ਵਰਤਦੇ ਨੇ ਗੁਰੂ ਸਾਹਿਬ, ਵਰਤਦੇ ਨੇ। ਤੁਸੀਂ ਇੱਕ ਵਾਰ ਬਹੁਤ ਰੂਹਾਂ ਨੇ ਜੋ ਜੁੜੀਆਂ ਹੋਈਆਂ ਨੇ, ਮੈਂ ਕੀ ਜੁੜੀਆਂ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਵੀ ਉਹਨਾਂ ਨੇ ਮਹਾਂਪੁਰਸ਼ਾਂ ਨੇ ਸੋਝੀ ਬਖਸ਼ੀ। ਕਈ ਪਿਆਰ ਵਾਲੀ ਰੂਹਾਂ ਆਉਂਦੀਆਂ ਨੇ, ਗੱਲਾਂ ਬਾਤਾਂ ਕਰਦੀਆਂ ਨੇ, ਗੁਰੂ ਸਾਹਿਬ ਦੀਆਂ ਸੋਝੀ ਮਿਲਦੀ ਹੈ। ਕਿਉਂਕਿ ਸਿੱਖੀ ਕੌਮ ਐਸੀ ਹੈ, ਗੁਰਸਿੱਖ ਹੈ ਨਾ ਜਿਹੜਾ, ਉਹ ਹਰ ਟਾਈਮ ਸਿੱਖਣੇ ਵਾਸਤੇ ਤਤਪਰ ਰਹੇ, ਸਿੱਖਣਾ ਹੈ। ਤਾਂ ਮੈਂ ਵੀ ਸਿੱਖਦੀ ਹਾਂ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ, ਅੱਗੋਂ ਗੱਲ ਤੋਰਦੇ ਰਹਾਂਗੇ ਇਸ ਤਰ੍ਹਾਂ ਹੀ। ਜੋ ਬੱਚੇ ਨਾਲ ਅੱਗੋਂ ਹੋਇਆ ਮੈਂ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੀ ਆਪ ਨਾਲ। ਅਤੇ ਰਹਿਣੀ ਬਹਿਣੀ 'ਚ ਰਹੋ, ਰਹਿਤ ਮਰਿਆਦਾ 'ਚ ਰਹੋ, ਗੁਰੂ ਸਾਹਿਬ ਨੂੰ ਖੁਸ਼ ਕਰੋ, ਗੁਰੂ ਸਾਹਿਬ ਆਪ ਜੀ ਨੂੰ ਖੁਸ਼ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।